ਸਿੱਖਾਂ ਦੇ ਸਤਵੇਂ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, ਕੋਮਲਤਾ ਔਰ ਦਇਆ ਦੇ ਸਮੁੰਦਰ, ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ, ਗਰੀਬ ਨਵਾਜ ਪਾਤਸ਼ਾਹ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਮਨਾਣਾ ਕਰ ਰਹੇ। ਦਿਆਲੂ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਅੱਜ ਦੇ ਦਿਨ ਸ੍ਰੀ ਕੀਰਤਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਗੁਰਦੁਆਰਾ ਸੀਸ ਮਹਿਲ ਵਾਲੇ ਪਾਵਨ ਸਥਾਨ ਤੇ ਸਤਿਕਾਰਯੋਗ ਪਿਤਾ ਧੰਨ ਬਾਬਾ ਗੁਰਦਿੱਤਾ ਜੀ ਤਿਨਾਂ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਜੀ, ਜਿਨ੍ਹਾਂ ਦਾ ਨਾਂ ਇਤਿਹਾਸ ਵਿੱਚ ਮਾਤਾ ਅਨੰਤੀ ਵੀ ਆਉਂਦਾ ਹੈ, ਤਿਨਾਂ ਦੇ ਉਦਰ ਤੋਂ ਅੱਜ ਦੇ ਦਿਨ ਮਹਾਰਾਜ ਸਤਵੇਂ ਪਾਤਸ਼ਾਹ ਜੀ ਨੇ ਪ੍ਰਕਾਸ਼ ਧਾਰਨ ਕੀਤਾ। ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦਾ ਨਾਮਕਰਨ ਖੁਦ ਤਿਨਾਂ ਦੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਕੀਤਾ। ਛੇਵੇਂ ਪਾਤਸ਼ਾਹ ਜੀ ਨੇ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਆਪਣੀ ਗੋਦ ਵਿੱਚ ਲੈ ਕੇ ਮੱਥਾ ਚੁੰਮਿਆ ਤੇ ਮੱਥਾ ਚੁੰਮ ਕੇ ਕਹਿਣ ਲੱਗੇ, ਇਹ ਖੁਦ ਆਪ ਹਰੀ ਰਾਏ ਹਨ। ਇੱਥੋਂ ਸਤਿਗੁਰੂ ਜੀ ਦਾ ਨਾਮਕਰਨ ਹੋਇਆ ਸ੍ਰੀ ਗੁਰੂ ਹਰਿ ਰਾਏ ਸਾਹਿਬ। ਸਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਉਮਰ ਕੋਈ ਤਕਰੀਬਨ 4 ਕੁ ਬਰਸ ਦੀ ਸੀ ਜਦੋਂ ਕੀਰਤਪੁਰ ਸਾਹਿਬ ਵਿਖੇ ਸਤਿਗੁਰਾਂ ਦੇ ਪਿਤਾ ਦੇਨ ਦੁਨੀ ਦਾ ਟਿੱਕਾ ਇਹ ਵਰ ਜਿਨ੍ਹਾਂ ਨੂੰ ਪ੍ਰਾਪਤ ਹੈ, ਧੰਨ ਬਾਬਾ ਗੁਰਦਿੱਤਾ ਜੀ ਸੱਚਖੰਡ ਗਮਨ ਕਰ ਗਏ। ਪਰ ਜਵਾਨੀ ਦੀ ਉਮਰ ਵਿੱਚ ਬਾਬਾ ਗੁਰਦਿੱਤਾ ਜੀ ਗੁਰੂ ਪਾਤਸ਼ਾਹ ਦੇ ਹੁਕਮ ਦੀ ਪਾਲਣਾ ਕਰਦਿਆਂ ਸੱਚਖੰਡ ਜਾ ਬਿਰਾਜੇ। ਤਾਂ ਗੁਰੂ ਹਰਿ ਰਾਏ ਸਾਹਿਬ ਜੀ ਦੀ ਜੋ ਪਰਵਰਿਸ਼ ਹੈ, ਉਹ ਜਗਤ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਕੀਤੀ। ਆਪਣੇ ਦਾਦਾ ਜੀ ਦੀ ਸੰਗਤ ਵਿੱਚ ਸਤਵੇਂ ਪਾਤਸ਼ਾਹ ਰਹਿੰਦੇ, ਤਿਨਾਂ ਪਾਸੋਂ ਗਿਆਨ ਚਰਚਾ ਸਰਵਣ ਕਰਦੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਪ੍ਰੀਖਿਆ ਲਈ ਤਾਂ ਉਸ ਪ੍ਰੀਖਿਆ ਵਿੱਚ ਗੁਰੂ ਹਰਿ ਰਾਏ ਸਾਹਿਬ ਜੀ ਖਰੇ ਉਤਰੇ ਔਰ ਮਹਾਰਾਜ ਜੀ ਨੇ ਆਪਣੀ ਜੋਤ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਵਿੱਚ ਬਿਰਾਜਮਾਨ ਕਰ ਦਿੱਤੀ। ਹਾਲਾਂਕਿ ਗੁਰੂ ਹਰਿ ਰਾਏ ਸਾਹਿਬ ਜੀ ਦੇ ਵੱਡੇ ਭਰਾ ਬਾਬਾ ਧੀਰਮਲ ਜੀ ਮੌਜੂਦ ਸੀ। ਇਤਿਹਾਸ ਵਿੱਚ ਐਸਾ ਵੀ ਜ਼ਿਕਰ ਆਉਂਦਾ ਹੈ ਕਿ ਜਦੋਂ ਧੀਰਮਲ ਦਾ ਜਨਮ ਹੋਇਆ ਤੇ ਬਾਬਾ ਗੁਰਦਿੱਤਾ ਜੀ ਉਹਨਾਂ ਨੂੰ ਨਾਲ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਆਏ ਤੇ ਮਹਾਰਾਜ ਜੀ ਨੂੰ ਮੱਥਾ ਟਿਕਾਉਂਦਿਆਂ ਆਖਿਆ, ਮਹਾਰਾਜ ਆਪ ਜੀ ਦੇ ਘਰ ਪੋਤਰੇ ਦਾ ਜਨਮ ਹੋਇਆ। ਤੇ ਛੇਵੇਂ ਪਾਤਸ਼ਾਹ ਜੀ ਮੁਸਕਰਾਉਂਦਿਆਂ ਬੋਲੇ, ਪਹਿਲਾਂ ਤਾਇਆ ਬਣ ਕੇ ਆਇਆ ਸੀ, ਹੁਣ ਪੋਤਰਾ ਬਣ ਕੇ ਆ ਗਿਆ। ਤਾਇਆ ਬਾਬਾ ਪ੍ਰਿਥੀ ਚੰਦ ਸੀ, ਹੁਣ ਇਹ ਪੋਤਰਾ ਬਣ ਕੇ ਆ ਗਿਆ ਧੀਰਮਲ। ਤੋ ਧੀਰਮਲ ਜਿਹੜਾ ਸੀ ਇਹ ਛੇਵੇਂ ਪਾਤਸ਼ਾਹ ਤੋਂ ਬਾਗੀ ਸੀ। ਸ੍ਰੀ ਕਰਤਾਰਪੁਰ ਸਾਹਿਬ ਦੇ ਜੰਗ ਵਿੱਚ ਇਹਨੇ ਦੁਸ਼ਮਣਾਂ ਨਾਲ ਸੰਧੀ ਕੀਤੀ ਸੀ।
ਤੋ ਗੁਰੂ ਹਰਿਰਾਏ ਸਾਹਿਬ ਜੀ ਨੂੰ ਜਿਸ ਵੇਲੇ ਗੁਰਤਾ ਗੱਦੀ ਦਿੱਤੀ ਤੇ ਧੀਰਮਲ ਨੇ ਵੀ ਦਾਵਾ ਕੀਤਾ ਸੀ ਆ ਕੇ, ਪਰ ਜਦੋਂ ਸਤਿਗੁਰਾਂ ਦੇ ਯੋਧਿਆਂ ਨੇ ਆਪਣੇ ਅੱਗੋਂ ਕਰੜੇ ਹੱਥ ਵਿਖਾਏ ਤੇ ਫਿਰ ਵਾਪਸ ਪਰਤ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਗੁਰਗੱਦੀ ਦੇ ਰੱਥ ਤੇ ਜਗਤ ਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਸਵਾਰ ਹੋਏ। ਕੀਰਤਪੁਰ ਸਾਹਿਬ ਵਿਖੇ ਅਨੇਕਾਂ ਜੀਵਾਂ ਦੀ ਕਲਿਆਣ ਕੀਤੀ, ਅਨੇਕਾਂ ਜੀਵਾਂ ਦਾ ਪਾਰ ਉਤਾਰਾ ਕੀਤਾ। 2200 ਘੋੜ ਸਵਾਰ ਮਹਾਰਾਜ ਜੀ ਦੇ ਨਾਲ ਰਹਿੰਦੇ, ਸ਼ਿਕਾਰ ਖੇਡਣ ਜਾਂਦੇ ਨੇ, ਪਰ ਮਹਾਰਾਜ ਜੀ ਦਾ ਹਿਰਦਾ ਇਤਨਾ ਦਇਆ ਤੇ ਕੋਮਲਤਾ ਨਾਲ ਭਰਿਆ ਹੋਇਆ ਕਿ ਜੀਵਾਂ ਨੂੰ ਮਾਰਦੇ ਨਹੀਂ, ਉਹਨਾਂ ਨੂੰ ਜਿਉਂਦਾ ਪਕੜ ਕੇ ਲਿਆਉਂਦੇ ਨੇ। ਕਿਸੇ ਜ਼ਖਮੀ ਦਾ ਜ਼ਖਮ ਹੋਣਾ ਤਾਂ ਉਹਦੇ ਜ਼ਖਮ ਨੂੰ ਰਾਜੀ ਕਰਨਾ, ਮਲਮ ਪੱਟੀ ਦਾ ਇਲਾਜ ਕਰਨਾ, ਉਹਦੇ ਖਾਣ ਦਾ ਪ੍ਰਬੰਧ ਕਰਨਾ, ਕੁਝ ਦਿਨ ਰੱਖ ਕੇ ਫਿਰ ਉਹਨੂੰ ਜੰਗਲ 'ਚ ਵਾਪਸ ਛੱਡ ਦੇਣਾ। ਸ਼੍ਰੀ ਕੀਰਤਪੁਰ ਸਾਹਿਬ ਵਿਖੇ ਮਹਾਰਾਜ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੇ ਬਹੁਤ ਸਾਰੇ ਬਾਗ ਲਵਾਏ, ਅਨੇਕਾਂ ਦਰਖਤ ਲਵਾਏ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਇੱਕ ਬੜੇ ਵੱਡੇ ਪੈਮਾਨੇ ਤੇ ਦਵਾਖਾਨੇ ਦੀ ਆਰੰਭਤਾ ਕੀਤੀ, ਜਿਹਨੂੰ ਆਪਾਂ ਅੱਜ ਕੱਲ੍ਹ ਹਸਪਤਾਲ ਕਹਿ ਦਿੰਦੇ ਹਾਂ। ਔਰ ਪਾਤਸ਼ਾਹ ਦਾ ਇਹ ਦਵਾਖਾਨਾ, ਜਿਸ ਦਵਾਖਾਨੇ ਦੇ ਵਿੱਚੋਂ ਬਹੁਤ ਸਾਰੇ ਗਰੀਬਾਂ ਨੂੰ, ਲੋੜਵੰਦਾਂ ਨੂੰ ਦਵਾਈ ਮਿਲਦੀ ਹੈ। ਜਿਹੜੇ ਜਾਨਵਰ ਜ਼ਖਮੀ ਹੁੰਦੇ ਉਹਨਾਂ ਦੀ ਵੀ ਮਲਮ ਪੱਟੀ ਹੁੰਦੀ ਹੈ, ਇਲਾਜ ਉਹਨਾਂ ਦਾ ਵੀ ਹੁੰਦਾ। ਗੁਰਦੇਵ ਦੇ ਇਸ ਦਵਾਖਾਨੇ ਦੀ ਕਿ ਉਹ ਕਿੰਨੇ ਵੱਡੇ ਪੈਮਾਨੇ ਤੇ ਸੀ, ਪਤਾ ਲੱਗਦਾ ਹੈ ਕਿ ਜਿਹੜੀਆਂ ਬੂਟੀਆਂ ਬਾਦਸ਼ਾਹ ਸ਼ਾਹਜਹਾਨ ਦੇ ਖਜ਼ਾਨਿਆਂ ਵਿੱਚ ਵੀ ਨਹੀਂ ਸਨ, ਹਰੜ ਵਗੈਰਾ ਜਿੰਨੀ ਚਾਹੀਦੀ ਸੀ, ਲੌਂਗ ਚਾਹੀਦਾ ਸੀ, ਉਹ ਮਹਾਰਾਜ ਸੱਚੇ ਪਾਤਸ਼ਾਹ ਦੇ ਖਜ਼ਾਨੇ ਚੋਂ ਪ੍ਰਾਪਤ ਹੋਇਆ। ਸ਼ਾਹਜਹਾਨ ਦਾ ਲੜਕਾ ਸੀ ਦਾਰਾ ਸ਼ਿਕੋ, ਨੂੰ ਵਾਲ ਦਾ, ਸ਼ੇਰ ਦੀ ਮੁੱਛ ਦਾ ਵਾਲ ਔਰੰਗੇ ਨੇ ਖਵਾ ਦਿੱਤਾ ਸੀ ਚਾਵਲਾਂ 'ਚ ਕੁਤਰ ਕੇ। ਉਹ ਦਿਨ ਪ੍ਰਤੀ ਦਿਨ ਜੀਰਨ ਹੋ ਰਿਹਾ ਸੀ, ਮਰਨ ਦੇ ਕਿਨਾਰੇ ਜਾ ਰਿਹਾ ਸੀ, ਤਾਂ ਸਤਿਗੁਰਾਂ ਦੇ ਪਾਸੋਂ ਇਲਾਜ ਹੋਇਆ। ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਮਾਲਵੇ ਦਾ ਰਟਨ ਕੀਤਾ। ਥੋੜਾ ਜਿਹਾ ਦੁਆਬੇ ਦੇ ਇਲਾਕੇ ਵਿੱਚ ਵੀ ਵਿਚਰੇ, ਫਿਰ ਇੱਧਰ ਮਾਲਵੇ ਦੇ ਇਲਾਕੇ 'ਚ ਆਏ। ਇਸ ਇਲਾਕੇ ਵਿੱਚ ਵੀ ਵਿਚਰ ਕੇ ਬਹੁਤੇ ਜੀਵਾਂ ਦਾ ਉਧਾਰ ਕੀਤਾ। ਇੱਕ ਇਤਿਹਾਸਕ ਵਾਕਿਆ ਆਉਂਦਾ ਹੈ ਕਿ ਸਤਵੇਂ ਪਾਤਸ਼ਾਹ ਨੇ ਬੇਨਤੀ ਕੀਤੀ 6ਵੇਂ ਗੁਰਦੇਵ ਨੂੰ, ਮਹਾਰਾਜ ਜੇ ਦੁਸ਼ਮਣ ਚੜ੍ਹ ਕੇ ਆਵੇ ਤੇ ਜੰਗ ਲੜੀਏ। ਮਹਾਰਾਜ ਜੀ ਕਹਿੰਦੇ ਤੁਹਾਨੂੰ ਨਹੀਂ ਲੜਨਾ ਪਵੇਗਾ, ਦੁਸ਼ਮਣ ਰਸਤੇ 'ਚੋਂ ਹੀ ਪਰਤ ਜਾਏਗਾ। ਕਈ ਵਾਰ ਦੁਸ਼ਮਣਾਂ ਦੀਆਂ ਫੌਜਾਂ ਆਉਂਦੀਆਂ ਸਨ ਦਿੱਲੀੋਂ, ਪਰ ਰਸਤੇ 'ਚੋਂ ਹੀ ਪਰਤ ਜਾਂਦੀਆਂ, ਮਹਾਰਾਜ ਜੀ ਤੱਕ ਨਹੀਂ ਪਹੁੰਚ ਸਕਦੇ। 2-3 ਵਾਰ ਫੌਜ ਆਈ, ਰਸਤੇ 'ਚ ਉਹਨਾਂ ਦੇ ਜਿਹੜੇ ਜਰਨੈਲ ਸਨ ਉਹ ਮਰ ਜਾਂਦੇ ਸੀ। ਭਾਈ ਭਗਤੂ ਬੰਸੀ ਇੱਕ ਗੁਰੂ ਕੇ ਸਿੱਖ ਹੋਏ ਨੇ, ਭਾਈ ਗੋਰਾ ਜੀ। ਭਾਈ ਭਗਤੂ ਜੀ ਬੜੀ ਉੱਚ ਅਵਸਥਾ ਦੇ ਮਹਾਂਪੁਰਸ਼ ਸਨ। ਸ੍ਰੀ ਕਰਤਾਰਪੁਰ ਸਾਹਿਬ ਆਪ ਸਤਵੇਂ ਪਾਤਸ਼ਾਹ ਨੇ ਆਪਣੇ ਹੱਥੀਂ ਅੰਤਮ ਸੰਸਕਾਰ ਕੀਤਾ ਸੀ। ਆਪ ਆਪਣੇ ਹੱਥੀਂ ਅੰਤਮ ਸੰਸਕਾਰ ਕੀਤਾ ਸੀ। ਤੋ ਗੁਰੂ ਸਾਹਿਬ ਦੇ ਬਚਨਾਂ ਦੀ ਪਾਲਣਾ ਕਰਕੇ ਭਾਈ ਭਗਤੂ ਜੀ ਨੇ ਆਪਣੀ ਅਖੀਰਲੀ ਉਮਰ 'ਚ ਇੱਕ ਸ਼ਾਦੀ ਵੀ ਕਰਾਈ ਸੀ। ਸਤਵੇਂ ਪਾਤਸ਼ਾਹ ਜੀ ਦਾ ਇੱਕ ਚਬਰ ਬਰਦਾਰ ਸੀ, ਉਹਦਾ ਨਾਂ ਸੀ ਭਾਈ ਜੱਸਾ। ਮਹਾਰਾਜ ਜੀ ਦੇ ਸੀਸ ਤੇ ਚਬਰ ਝੁਲਾਉਂਦੇ। ਭਾਈ ਗੋਰਾ ਜੀ ਬੜੇ ਸ਼ਸਤਰਧਾਰੀ ਸੂਰਮੇ ਸਨ। ਮਹਾਰਾਜ ਜੀ ਇਧਰ ਮਾਲਵੇ ਦੇ ਇਲਾਕੇ 'ਚ ਆਏ ਹੋਏ ਤੇ ਜੱਸੇ ਨੇ ਸੁਭਾਵਕ ਕਹਿ ਦਿੱਤਾ
ਵੀ ਗੋਰਿਆ ਭਾਈ ਭਗਤੂ ਮੇਰਾ ਭਰਾ ਸੀ, ਵੀ ਉਹਦੀ ਜਿਹੜੀ ਘਰ ਵਾਲੀ ਪਿੱਛੇ ਬੇਵਾ ਹੋ ਗਈ ਹੈ ਉਹ ਮੈਨੂੰ ਪ੍ਰਣਾ ਦੇ। ਗੌਰੇ ਨੇ ਇਸ ਗੱਲ ਦਾ ਬੜਾ ਗੁੱਸਾ ਮਨਾਇਆ ਕਿ ਇਹਨੇ ਮੇਰੀ ਮਾਤਾ ਵਾਸਤੇ ਸ਼ਬਦ ਵਰਤੇ ਨੇ, ਵੀ ਉਹਦੇ ਨਾਲੇ ਸ਼ਾਦੀ ਕਰਾਉਣਾ ਚਾਹੁੰਦਾ। ਮਨ ਦੇ ਵਿੱਚ ਦਵੈਸ਼ ਆ ਗਈ, ਪਰ ਉੱਥੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਕੁਝ ਕਹਿ ਨਾ ਸਕਿਆ। ਭਾਈ ਜੱਸਾ ਜੀ ਕਿਤੇ ਸੁਭਾਵਕ ਬਾਹਰ ਨੂੰ ਖੇਤਾਂ ਵਿੱਚ, ਜਿਵੇਂ ਜੰਗਲ ਦਾ ਇਲਾਕਾ ਸੀ, ਸਰੀਰ ਦੀ ਕਿਰਿਆ ਕਰਨ ਲਈ ਗਏ। ਭਾਈ ਗੋਰੇ ਦੇ ਬੰਦਿਆਂ ਨੇ ਜਾ ਕੇ ਉਹਦਾ ਕਤਲ ਕਰ ਦਿੱਤਾ। ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਨੂੰ ਪਤਾ ਲੱਗਾ ਕਿ ਸਾਡੇ ਸਿੱਖ ਭਾਈ ਜੱਸੇ ਦਾ ਕਤਲ ਕਰ ਦਿੱਤਾ ਹੈ, ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਣ ਕੇ ਬਚਨ ਸਰਾਪ ਦਿੱਤੇ। 101 ਸਰਾਪਾਂ ਦਾ ਜ਼ਿਕਰ ਆਉਂਦਾ। ਅਖੀਰਲਾ ਸਰਾਪ ਇਹ ਦਿੱਤਾ ਕਿ ਖੇ ਦਾ ਤੋਬਰਾ ਤੇਰੇ ਮੂੰਹ ਤੇ ਚੜਾ ਕੇ ਤੁਰਕ ਮਾਰਨਗੇ ਤੈਨੂੰ। ਇਹ ਬਚਨ ਕਰਕੇ ਸਤਿਗੁਰੂ ਜੀ ਚੱਲ ਪਏ ਤੇ ਆਖਿਆ ਗੋਰਾ ਸਾਡੇ ਮੂੰਹ ਨਾ ਲੱਗੇ। ਕਿ ਸਿੱਖ ਦਾ ਕੀ ਮਤਲਬ ਕਿਸੇ ਸਿੱਖ ਦੇ ਉੱਤੇ ਕਤਲ ਕਰਨਾ? ਜੇ ਉਹਨੇ ਮਖੌਲ ਵਿੱਚ ਵੀ ਕਿਹਾ ਸੀ ਤਾਂ ਏਦਾਂ ਤਾਂ ਨਹੀਂ ਸੀ ਕਰਨਾ ਚਾਹੀਦਾ, ਸਾਡੇ ਕੋਲ ਆ ਕੇ ਬਚਨ ਕਰਦਾ। ਤੋ ਸਤਿਗੁਰੂ ਜੀ ਜਦੋਂ ਚੱਲ ਪਏ, ਗੋਰੇ ਨੇ ਆਖਿਆ ਵੀ ਬਚਨ ਹੋ ਗਿਆ ਸਤਿਗੁਰਾਂ ਦਾ ਤੇ ਹੁਣ ਬਖਸ਼ਾਈਏ, ਪਰ ਗੁਰਦੇਵ ਦਾ ਹੁਕਮ ਹੈ ਵੀ ਸਾਡੇ ਕੋਲ ਵੀ ਨਾ ਆਵੇ। ਸਤਿਗੁਰੂ ਜੀ ਨੇ ਜਦੋਂ ਚੱਲਣਾ, ਇਹਨੇ ਪਿੱਛੇ ਪਿੱਛੇ ਆਪਣੀ ਜਿਹੜੇ ਨਾਲ ਇਹਦੇ ਸਿਪਾਹੀ ਸੀ ਨਾਲ ਲੈ ਕੇ ਚੱਲ ਪੈਣਾ। ਗੁਰੂ ਪਾਤਸ਼ਾਹ ਦੇ ਡੇਰੇ ਕਰਨ ਤੋਂ ਪਹਿਲਾਂ ਹੀ ਇਹਨੂੰ ਪਤਾ ਲੱਗਣਾ ਵੀ ਸਤਿਗੁਰਾਂ ਦਾ ਅੱਗੇ ਡੇਰਾ, ਇਹਨੇ 2-3 ਕੋ ਪਹਿਲਾਂ ਉਰੇ ਡੇਰਾ ਕਰ ਲੈਣਾ। ਕਈ ਮਹੀਨੇ ਏਦਾਂ ਪਿੱਛੇ ਪਿੱਛੇ ਸਤਿਗੁਰਾਂ ਦੇ ਚੱਲਦਾ ਰਿਹਾ। ਉਧਰੋਂ ਕੁਝ ਤੁਰਕਾਂ ਦੀਆਂ ਫੌਜਾਂ ਮਹਾਰਾਜ ਜੀ ਤੇ ਚੜ੍ਹਾਈ ਕਰਕੇ ਆਉਣ ਲੱਗੀਆਂ ਤੇ ਰਸਤੇ 'ਚ ਭਾਈ ਗੋਰਾ ਜੀ ਸਨ। ਪਤਾ ਲੱਗਾ ਕਿ ਦੁਸ਼ਮਣ ਆ ਰਿਹਾ ਤੇ ਸਤਵੇਂ ਪਾਤਸ਼ਾਹ ਦਾ ਪ੍ਰਣ ਹੈ ਵੀ ਅਸੀਂ ਲੜਨਾ ਨਹੀਂ ਹੈ, ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਨਹੀਂ। ਤਾਂ ਭਾਈ ਗੋਰੇ ਨੇ ਉਹਨਾਂ ਦੁਸ਼ਮਣਾਂ ਨਾਲ ਲੜ ਕੇ ਉਹਨਾਂ ਨੂੰ ਵਾਪਸ ਭਜਾਇਆ। ਕਈ ਉਹਨਾਂ ਦੇ ਸਿਪਾਹੀ ਮਾਰ ਦਿੱਤੇ। ਭਾਈ ਗੋਰੇ ਦੇ ਵੀ ਕੁਝ ਸਿਪਾਹੀ ਜ਼ਖਮੀ ਹੋਏ, ਕੁਝ ਸ਼ਹੀਦ ਹੋਏ। ਉਧਰ ਗੁਰੂ ਹਰਿਰਾਏ ਸਾਹਿਬ ਨੂੰ ਪਤਾ ਲੱਗਾ ਕਿ ਪਿੱਛੇ ਭਾਈ ਗੋਰਾ ਜੀ ਨੇ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਰੱਖਣ ਵਾਸਤੇ ਦੁਸ਼ਮਣ ਨਾਲ ਲੋਹਾ ਲੈਂਦਿਆਂ ਜੰਗ ਲੜਿਆ। ਹੁਣ ਉਹਨੂੰ ਬਖਸ਼ ਦੇਣਾ ਚਾਹੀਦਾ ਹੈ। ਸਤਿਗੁਰੂ ਜੀ ਨੇ ਸੁਨੇਹਾ ਭੇਜਿਆ ਵੀ ਗੌਰੇ ਨੂੰ ਲਿਆਓ ਬੁਲਾ ਕੇ। ਭਾਈ ਗੋਰਾ ਜੀ ਹਾਲੇ ਜੰਗ ਕਰਕੇ ਵਿਹਲੇ ਹੀ ਹੋਏ ਸਨ। ਉਹਨੇ ਆਖਿਆ ਵੀ ਗੁਰੂ ਸਾਹਿਬ ਨੂੰ ਕਹੋ ਵੀ ਮੈਂ ਮੇਰੇ ਸਿਪਾਹੀ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਸੰਭਾਲ ਕੇ ਆਉਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਜਦੋਂ ਆ ਕੇ ਸੇਵਾਦਾਰ ਨੇ ਦੱਸਿਆ, ਮਹਾਰਾਜ ਜੀ ਨੇ ਆਖਿਆ ਉਹਨੂੰ ਕਹੋ ਹੁਣੇ ਆਵੇ, ਛੇਤੀ ਆਵੇ। ਦੂਜੀ ਵਾਰ ਗਿਆ ਤੇ ਉਹ ਫਿਰ ਭਾਈ ਗੋਰੇ ਨੇ ਆਖਿਆ ਜੀ ਮੈਂ ਮੈਲੇ ਕੱਪੜੇ ਨੇ ਜੰਗ 'ਚ ਲੜਿਆ ਸਾਰਾ ਦਿਨ, ਕਿਤੇ ਹੱਥ ਪੈਰ ਸਾਫ਼ ਕਰ ਲਵਾਂ ਤੇ ਮੈਂ ਆਉਂਦਾ ਹਾਂ ਬਸ ਇਸ਼ਨਾਨ ਪਾਨ ਕਰਕੇ, ਗੁਰੂ ਸਾਹਿਬ ਦੇ ਦਰਬਾਰ 'ਚ ਜਾਣਾ। ਤੀਜੀ ਵਾਰ ਮਹਾਰਾਜ ਜੀ ਨੇ ਫਿਰ ਇਹਨੇ ਨੂੰ ਇੱਕ ਹੋਰ ਹਲਕਾਰਾ ਭੇਜ ਦਿੱਤਾ ਵੀ ਜੇ ਤੂੰ ਆਉਣਾ ਠੀਕ ਆ, ਨਹੀਂ ਤਾਂ ਅਸੀਂ ਆਪ ਆ ਜਾਂਦੇ ਹਾਂ ਤੇਰੇ ਕੋਲ। ਅਖੀਰ ਭਾਈ ਗੋਰਾ ਜੀ ਬੜੀ ਛੇਤੀ ਨਾਲ ਵੀ ਗੁਰੂ ਸਾਹਿਬ ਤਾਂ ਕੋਈ ਤੁੱਠੇ ਹੋਏ ਨੇ, ਭੱਜ ਕੇ ਮਹਾਰਾਜ ਜੀ ਦੇ ਚਰਨਾਂ 'ਚ ਆਇਆ, ਸਤਿਗੁਰਾਂ ਨੂੰ ਮੱਥਾ ਟੇਕਿਆ ਤੇ ਗੁਰਦੇਵ ਨੇ ਆਖਿਆ ਤੇਰੇ ਸਾਰੇ ਸਰਾਪ ਬਖਸ਼ੇ, ਤੂੰ ਭਾਈ ਭਗਤੂ ਬੰਸੀ ਹੈ। ਤੇ ਫਿਰ ਇਹਨੇ ਬੇਨਤੀ ਕੀਤੀ ਮਹਾਰਾਜ ਇੱਕ ਬਚਨ, ਮਰਨਾ ਤਾਂ ਹੈ ਹੀ ਹੈ, ਉਹ ਆਪ ਜੀ ਰਹਿਣ ਦਿਓ ਖੇ ਦਾ ਤੋਬਰਾ, ਕਿਉਂਕਿ ਬਾਅਦ ਵਿੱਚ ਕਿਤੇ ਕੋਈ ਸਿੱਖ ਇਹ ਨਾ ਆਖੇ ਵੀ ਗੁਰੂ ਸਾਹਿਬ ਦੇ ਬਚਨ ਨਹੀਂ ਪੂਰੇ ਹੋਏ। ਉਹ ਇੱਕ ਬਚਨ ਇਹਨੇ ਰੱਖ ਲਿਆ। ਵੇਖੋ ਕਿਹੋ ਜਿਹੇ ਗੁਰੂ ਕੇ ਸਿੱਖ। ਤੇ ਅਖੀਰ ਨੂੰ ਭਾਈ ਗੋਰਾ ਜੀ ਨੂੰ ਉਸੇ ਤਰ੍ਹਾਂ ਜਦੋਂ ਸ਼ਹੀਦ ਕਰਨ ਲੱਗੇ ਨਾ, ਫਾਹੇ ਚਾੜਨ ਲੱਗੇ ਸਨ ਤੁਰਕ, ਉਹ ਵੀ ਕਥਾ ਆਉਂਦੀ।
ਇਹਨੇ ਆਖਿਆ ਵੀ ਏਦਾਂ ਕਰੋ ਵੀ ਖੇਹ ਦਾ ਤੋਬਰਾ ਮੇਰੇ ਮੂੰਹ ਤੇ ਚੜਾ ਕੇ ਫਿਰ ਮੈਨੂੰ ਫਾਹੇ ਚਾੜ ਕੇ ਮਾਰਿਓ। ਉਹ ਤੁਰਕ ਕਹਿਣ ਲੱਗੇ ਵੀ ਮਰਨਾ ਹੀ ਆ, ਖੇਹ ਦਾ ਤੋਬਰਾ। ਕਹਿੰਦੇ ਵੀ ਗੁਰੂ ਮੇਰੇ ਗੁਰੂ ਦਾ ਬਚਨ ਹੈ, ਇਹ ਬਚਨ ਪੂਰਾ ਕਰਨ ਵਾਸਤੇ ਕਿਤੇ ਦੁਬਾਰਾ ਨਾ ਮੈਨੂੰ ਜੰਮਣਾ ਪਵੇ। ਭਾਈ ਗੋਰਾ ਜੀ ਦੇ ਇੱਕ ਭਰਾਤਾ ਸਨ ਭਾਈ ਜੀਵਨ ਜੀ, ਉਹਨਾਂ ਨੇ ਵੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਬਚਨਾਂ ਨਾਲ ਆਗਿਆ ਮੰਨਦਿਆਂ ਆਪਣਾ ਸਰੀਰ ਤਿਆਗਿਆ ਸੀ। ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਿਆਲੂ ਨੇ ਦੁਸ਼ਮਣ ਨਹੀਂ ਆਇਆ। ਘੋੜ ਸਵਾਰ 2200 ਮਹਾਰਾਜ ਜੀ ਦੇ ਪਾਸ ਨੇ, ਜੰਗ ਨਹੀਂ ਲੜਨਾ ਪਿਆ, ਕਿਉਂਕਿ ਜਿਹੜੇ ਜੰਗ 10ਵੇਂ ਪਾਤਸ਼ਾਹ ਦੇ ਵੇਲੇ ਲੜਨੇ ਨੇ ਉਹਨਾਂ ਦੀਆਂ ਤਿਆਰੀਆਂ ਵੀ ਨਾਲ ਨਾਲ ਚੱਲਦੀਆਂ ਨੇ। ਫੌਜ ਇਸ ਕਰਕੇ ਰੱਖੀ ਹੈ ਕਿ ਫੌਜੀ ਤਿਆਰੀ ਰਹੇ, ਸਿੱਖ ਸ਼ਸਤਰਧਾਰੀ ਰਹਿਣ, ਕਵਾਇਦ ਕਰਦੇ ਰਹਿਣ। ਤੋ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕੀਰਤਪੁਰ ਸਾਹਿਬ ਵਿਖੇ ਬਿਰਾਜਮਾਨ। ਗੁਰਬਾਣੀ ਪ੍ਰਤੀ ਮਹਾਰਾਜ ਜੀ ਇਤਨਾ ਅਦਬ ਰੱਖਦੇ, ਸਤਵੇਂ ਪਾਤਸ਼ਾਹ ਸਾਨੂੰ ਅਦਬ ਰੱਖਣ ਦੀ ਜਾਚ ਦੱਸਦੇ, ਸਤਿਕਾਰ ਰੱਖਣ ਦੀ ਜਾਚ ਦੱਸਦੇ ਨੇ ਕਿ ਜੇ ਸੱਕੇ ਪੁੱਤਰ ਨੇ ਬਾਬੇ ਰਾਮ ਰਾਏ ਨੇ ਇੱਕ ਅੱਖਰ ਹੀ ਬਦਲਿਆ ਸੀ ਗੁਰਬਾਣੀ ਦਾ, ਤੇ ਆਖਿਆ ਸੀ ਸਾਡੇ ਮੂੰਹ ਨਾ ਲੱਗੇ, ਜਿੱਧਰ ਮੂੰਹ ਹੈ ਉਧਰ ਨੂੰ ਟੁਰ ਜਾਏ। ਸਾਰੀ ਜ਼ਿੰਦਗੀ ਰਾਮ ਰਾਏ ਨੂੰ ਆਪਣੇ ਮੱਥੇ ਨਹੀਂ ਲਾਇਆ। ਇਹਨੇ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਦੀ ਪੰਕਤੀ ਦੀ ਬੇਅਦਬੀ ਕੀਤੀ ਹੈ, ਬਦਲੀ ਹੈ। ਮਹਾਰਾਜ ਜੀ ਕਹਿੰਦੇ ਉਹ ਰਾਮ ਰਾਏ ਸੁਨੇਹਾ ਭੇਜਿਆ ਉਹਨੂੰ, ਔਰੰਗਜ਼ੇਬ ਨੂੰ 72 ਕਰਾਮਾਤਾਂ ਵਿਖਾਉਂਦਾ ਰਿਹਾ। ਜਦੋਂ ਉਹਨੇ ਸ਼ੰਕਾ ਕੀਤਾ ਸੀ ਮਿੱਟੀ ਮੁਸਲਮਾਨ ਕੀ ਕਿਹਾ ਸੀ ਪੇੜਾ, ਤਾਂ ਉਹਨੂੰ ਤੂੰ ਮੁਸਲਮਾਨ ਦੀ ਮਿੱਟੀ ਸੜਦੀ ਕਿਉਂ ਨਾ ਵਿਖਾਈ ਕਰਾਮਾਤ ਨਾਲ, ਉਦੋਂ ਕਿਉਂ ਨਾ ਵਿਖਾਈ ਤੂੰ? ਸਾਡੇ ਮੱਥੇ ਨਾ ਲੱਗੀ। ਹਾਲਾਂਕਿ ਬੜੇ ਆਗਿਆਕਾਰੀ ਪੁੱਤਰ, ਪਰ ਗੁਰਬਾਣੀ ਦੀ ਬੇਅਦਬੀ, ਗੁਰਬਾਣੀ ਦਾ ਨਿਰਾਦਰ ਕੀਤਾ ਤੇ ਬਰਦਾਸ਼ਤ ਨਹੀਂ ਕੀਤਾ। ਇੱਕ ਦਿਨ ਦੁਪਹਿਰ ਦਾ ਸਮਾਂ, ਸਤਿਗੁਰੂ ਜੀ ਪਲੰਘੇ ਤੇ ਬਿਰਾਜਮਾਨ ਨੇ। ਕੁਝ ਸਿੱਖ ਸੰਗਤਾਂ ਸਤਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ, ਕੀਰਤਨ ਕਰਦਿਆਂ ਕੀਰਤਨ ਕਰਦਿਆਂ ਕਰਦਿਆਂ ਗੁਰੂ ਦਰਬਾਰ ਵਿੱਚ ਜਿੱਥੇ ਪਾਤਸ਼ਾਹ ਬਿਰਾਜੇ ਹੋਏ ਉੱਥੇ ਪਹੁੰਚ ਗਏ। ਕੀਰਤਨ ਦੀ ਆਵਾਜ਼ ਜਦੋਂ ਮਹਾਰਾਜ ਜੀ ਦੇ ਕੰਨਾਂ 'ਚ ਪਈ ਤੇ ਇੱਕਦਮ ਜਿਵੇਂ ਕਾਹਲੀ ਦੇ ਨਾਲ ਸਤਿਗੁਰੂ ਜੀ ਉੱਠੇ ਤੇ ਗੋਡੇ ਨਾਲ ਪਲੰਘੇ ਦੀ ਚੂੜ ਲੱਗੀ ਤੇ ਉੱਠ ਕੇ ਹੱਥ ਜੋੜ ਕੇ ਖਲੋ ਗਏ ਤੇ ਸੰਗਤ ਨੇ ਜਾ ਕੇ ਮੱਥਾ ਟੇਕਿਆ, ਬੇਨਤੀ ਕੀਤੀ, ਸਤਿਗੁਰੂ ਜੀ ਇੰਨੀ ਕਾਹਲੀ ਕਿਉਂ ਕੀਤੀ? ਕਹਿੰਦੇ ਤੁਸੀਂ ਗੁਰਬਾਣੀ ਦਾ ਕੀਰਤਨ ਕਰਦੇ ਆ ਰਹੇ ਸੀ ਤੇ ਗੁਰਬਾਣੀ ਦੇ ਸਤਿਕਾਰ ਵਜੋਂ ਅਸੀਂ ਉੱਠੇ। ਸਿੱਖ ਕਹਿਣ ਲੱਗੇ ਮਹਾਰਾਜ ਇਹ ਗੁਰਬਾਣੀ ਵੀ ਤੁਹਾਡੀ ਹੈ ਤੇ ਤੁਸੀਂ ਉਚਾਰਨ ਕੀਤੀ ਹੈ, ਤੁਹਾਡੇ ਤੋਂ ਵੱਡੀ ਥੋੜੀ ਹੈ। ਮਹਾਰਾਜ ਜੀ ਕਹਿੰਦੇ ਭਾਈ ਜੇ ਅਸੀਂ ਗੁਰਬਾਣੀ ਦਾ ਅਦਬ ਨਾ ਰੱਖਾਂਗੇ ਤੇ ਸਿੱਖਾਂ ਨੂੰ ਕਿਵੇਂ ਕਹਾਂਗੇ ਵੀ ਅਦਬ ਰੱਖੋ? ਉੱਥੇ ਗੁਰਦੇਵ ਜੀ ਨੇ ਬਚਨ ਕੀਤੇ ਜੋ ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖੇ ਹਨ। ਮਹਾਰਾਜ ਜੀ ਨੇ ਬਚਨ ਕਹੇ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਜਿਹੜਾ ਗੁਰੂ ਕਾ ਸਿੱਖ ਗੁਰਬਾਣੀ ਦਾ ਅਦਬ ਨਹੀਂ ਰੱਖਦਾ, ਗੁਰਬਾਣੀ ਦਾ ਭੈ ਨਹੀਂ ਰੱਖਦਾ, ਉਹ ਸਾਡਾ ਸਿੱਖ ਹੀ ਨਹੀਂ ਹੈ। ਇਹ ਬਚਨ ਸਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਨੇ ਕਹੇ। ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੰਗਤ ਸੱਜ ਗਈ, ਬੇਨਤੀ ਕੀਤੀ ਮਹਾਰਾਜ ਕਿਰਪਾ ਕਰਕੇ ਬਚਨ ਸੁਣਾਓ, ਗੁਰਬਾਣੀ ਦੀ ਮਹਿਮਾ ਸੁਣਾਓ। ਤੋ ਗਰੀਬ ਨਵਾਜ ਪਾਤਸ਼ਾਹ ਜੀ ਬੋਲੇ, ਮਨ ਜਾਗੇ ਕਿ ਇਹ ਨਿਸ਼ਾਨੀ ਪ੍ਰਿਆ ਲਾਗੈ ਸਤਿਗੁਰ ਕੀ ਬਾਣੀ।
ਐ ਗੁਰੂ ਕੇ ਸਿੱਖੋ ਜਾਗੇ ਹੋਏ ਮਨ ਦੀ ਇਹ ਨਿਸ਼ਾਨੀ ਹੈ ਕਿ ਜਿਨ੍ਹਾਂ ਨੂੰ ਗੁਰੂ ਕੀ ਬਾਣੀ ਪਿਆਰੀ ਲੱਗਣ ਲੱਗ ਪੈਂਦੀ ਹੈ, ਮਿੱਠੀ ਲੱਗਣ ਲੱਗ ਪੈਂਦੀ ਹੈ, ਤੋ ਸਮਝ ਲਓ ਉਹਨਾਂ ਦੇ ਮਨ ਜਾਗ ਪਏ ਹਨ। ਸਿੱਖਾਂ ਫਿਰ ਬੇਨਤੀ ਕੀਤੀ, ਗਰੀਬ ਨਵਾਜ, ਅਸੀਂ ਗੁਰਬਾਣੀ ਪੜ੍ਹਦੇ ਹਾਂ, ਕਈ ਵਾਰ ਗੁਰਬਾਣੀ ਦੇ ਅਰਥਾਂ ਦਾ ਨਹੀਂ ਪਤਾ ਲੱਗਦਾ। ਅਰਥਾਂ ਦਾ ਪਤਾ ਲੱਗੇ ਤੇ ਕਈ ਵਾਰ ਉਹ ਗੁਰਬਾਣੀ ਸਾਡੇ ਹਿਰਦੇ 'ਚ ਨਹੀਂ ਵਸਦੀ, ਤੇ ਫਿਰ ਉਹ ਗੁਰਬਾਣੀ ਪੜ੍ਹੇ ਦਾ ਸਾਨੂੰ ਕੋਈ ਲਾਭ ਹੋਵੇਗਾ? ਪਾਤਸ਼ਾਹ ਜੀ ਟਹਿਲਦੇ ਜਾ ਰਹੇ ਘੋੜੇ ਤੇ ਸਵਾਰ, ਇੱਕ ਠੀਕਰੀਆਂ ਦਾ ਟੁੱਟਿਆ ਹੋਇਆ ਕੁੱਜਾ ਪਿਆ ਹੋਇਆ, ਮਹਾਰਾਜ ਜੀ ਨੇ ਕਿਹਾ ਵੀ ਉਹ ਠੀਕਰੀ ਚੁੱਕ ਕੇ ਲਿਆਓ। ਧੁੱਪ ਨਾਲ ਉਹ ਚਮਕਦੀ ਸੀ। ਪੁੱਛਿਆ, ਦੱਸ ਸਕਦੇ ਹੋ ਇਹਦੇ 'ਚ ਕੀ ਸੀ? ਕਹਿੰਦੇ ਜੀ ਇਹਦੇ 'ਚ ਦੇਸੀ ਘਿਓ ਸੀ। ਕਿਵੇਂ ਪਤਾ ਲੱਗਾ? ਕਹਿੰਦੇ ਜੀ ਘਿਓ ਦੀ ਚਿਕਨਾਹਟ ਇਹਦੇ ਨਾਲ ਹਾਲੇ ਵੀ ਲੱਗੀ ਹੋਈ ਹੈ। ਪਾਤਸ਼ਾਹ ਕਹਿਣ ਲੱਗੇ, ਭਾਈ ਗੁਰੂ ਕੀ ਜਿਹੜੀ ਬਾਣੀ ਹੈ ਅਰਥਾਂ ਨਾਲ ਪੜੋ ਤਾਂ ਭਲਾ, ਜੇ ਨਾ ਵੀ ਅਰਥ ਸਮਝ ਆਉਂਦੇ ਹੋਣ ਤੇ ਜਿੰਨਾ ਚਿਰ ਪੜੋਗੇ ਉਹਦੀ ਜਿਹੜੀ ਚਿਕਨ ਤਾਸ ਹੈ, ਉਹਦੀ ਜਿਹੜੀ ਥਿੰਦਾਈ ਹੈ, ਉਹ ਤੁਹਾਡੇ ਹਿਰਦੇ 'ਚ ਰਹੇਗੀ, ਉਹਦਾ ਅਸਰ ਹੋਵੇਗਾ। ਨਾ ਵੀ ਸਮਝ ਆਉਂਦੀ ਹੋਵੇ, 1 ਘੰਟਾ 2 ਘੰਟੇ ਜਦੋਂ ਬਾਣੀ ਪੜ੍ਹਦੇ ਆ, ਉਤਨੀ ਦੇਰ ਤਾਂ ਆਨੰਦ ਬਣਿਆ ਰਹਿੰਦਾ ਵੀ ਮੈਂ ਗੁਰਬਾਣੀ ਪੜ੍ਹ ਰਿਹਾ। ਤੇ ਫਿਰ ਕਿਵੇਂ ਆਖੀਏ ਵੀ ਪੜ੍ਹੇ ਦਾ ਲਾਭ ਨਹੀਂ ਹੁੰਦਾ? ਸੁਣ ਰਹੇ ਹੋ ਤੇ ਜੇ ਸੁਣਦਿਆਂ ਵੀ ਕਈ ਵਾਰੀ ਨਹੀਂ ਸਮਝ ਆਉਂਦੀ ਗੁਰਬਾਣੀ, ਤਾਂ ਜੇ ਸੁਣ ਰਹੇ ਹੋ ਤਾਂ ਸੁਣੇ ਦਾ ਵੀ ਅਸਰ ਹੁੰਦਾ ਮਨ ਤੇ। ਇਹਦੀ ਕਲਾ ਜਿਹੜੀ ਹੈ ਗੁਰਬਾਣੀ ਦੀ, ਇਹ ਅੰਤਸ਼ਕਰਨ ਵਿੱਚ ਵਰਤਦੀ ਹੈ। ਇਹ ਬਚਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਕਹੇ, ਕਿਉਂਕਿ ਅਕਸਰ ਬਹੁਤੇ ਕਹਿੰਦੇ ਜੀ ਸਾਨੂੰ ਅਰਥਾਂ ਦਾ ਨਹੀਂ ਪਤਾ ਲੱਗਦਾ ਸੀ, ਇਸ ਕਰਕੇ ਅਸੀਂ ਬਾਣੀ ਪੜ੍ਹਨੀ ਛੱਡ ਦਿੱਤੀ ਹੈ। ਵੀ ਅਰਥਾਂ ਬਿਨਾਂ ਪੜ੍ਹੇ ਦਾ ਕੀ ਫਾਇਦਾ? ਤੇ ਜਦੋਂ ਹੁਣ ਬਾਣੀ ਪੜ੍ਹਨੀ ਛੱਡ ਦਿੱਤੀ ਹੈ ਅਰਥਾਂ ਤੋਂ ਬਿਨਾਂ, ਤੇ ਹੁਣ ਆਉਣ ਲੱਗ ਪਈ ਆ ਸਮਝ। ਜਦੋਂ ਛੱਡ ਦਿੱਤੀ ਫਿਰ ਆ ਜਾਏਗੀ ਸਮਝ। ਪੜ੍ਹੀ ਜਾਂਦੇ ਕਦੇ ਤਾਂ ਸਮਝ ਪੈਂਦੀ। ਪੜ੍ਹਨੀ ਛੱਡ ਕੇ ਬਹਿ ਗਏ, ਕਹਿੰਦੇ ਜੀ ਅਰਥਾਂ ਦਾ ਨਹੀਂ ਸੀ ਪਤਾ ਲੱਗਦਾ ਤਾਂ ਨਹੀਂ ਪੜ੍ਹਦੇ। ਤੇ ਜਦੋਂ ਨਹੀਂ ਸੀ ਪਤਾ ਲੱਗਦਾ ਹੁਣ ਨਹੀਂ ਪੜ੍ਹਦੇ, ਤੇ ਹੁਣ ਸਮਝ ਆਉਣ ਲੱਗ ਪਈ ਹੈ, ਬਹਿ ਕੇ ਅੰਦਰੋਂ ਫੁਰਨ ਲੱਗ ਪਈ ਹੈ ਗਿਆਨ ਦੀ ਗਾਥਾ। ਏਦਾਂ ਦੇ ਟਕਵਾਂਜ ਜੇ ਬਣਾਏ ਹੁੰਦੇ ਆ ਕਈਆਂ ਨੇ। ਪਾਤਸ਼ਾਹ ਨੇ ਸਪਸ਼ਟ ਕਰ ਦਿੱਤਾ ਵੀ ਪੜ੍ਹੋਗੇ, ਪੜ੍ਹ ਕੇ ਹੌਲੇ ਹੌਲੇ ਸਮਝ ਪਵੇਗੀ। ਨਾ ਵੀ ਸਮਝ ਆਵੇਗੀ, ਅਰਥਾਂ ਦਾ ਬੋਧ ਨਾ ਵੀ ਹੋਵੇਗਾ, ਗੁਰਬਾਣੀ ਦੀ ਕਲਾ ਜ਼ਰੂਰ ਵਰਤਣੀ ਹੈ। ਜਿੰਨਾ ਚਿਰ ਪੜ੍ਹੋਗੇ ਉਹਦਾ ਰਸ ਬਣਿਆ ਰਹੇਗਾ। ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਸੇ ਬੇਅੰਤ ਕੌਤਕ ਕਰਕੇ ਸਾਨੂੰ ਗੁਰਬਾਣੀ ਪ੍ਰਤੀ ਪ੍ਰੇਮ ਪੈਦਾ ਕਰਨ ਲਈ ਬਾਰੰਬਾਰ ਉਪਦੇਸ਼ ਦਿੱਤਾ। ਇੱਕ ਹੋਰ ਘਟਨਾ, ਇੱਕ ਦਿਨ ਸਤਵੇਂ ਪਾਤਸ਼ਾਹ ਜੀ ਮਹਾਰਾਜ ਟਹਿਲਦੇ ਕੀਰਤਪੁਰ ਸਾਹਿਬ 'ਚ ਇੱਕ ਪਹਾੜ ਦੇ ਉੱਚੇ ਸਿਖਰ ਤੇ ਜਾ ਕੇ ਖਲੋ ਗਏ। ਕਿੰਨੀ ਦੇਰ ਹੀ ਖਲੋਤੇ ਰਹੇ, ਨਾਲ ਸਿੱਖ ਸਨ। ਤੇ ਦੂਰ ਨਿਗਾਹ ਮਾਰ ਕੇ ਵੇਖਦਿਆਂ ਕਹਿੰਦੇ ਗੁਰੂ ਨਾਨਕ ਦਾ ਜਹਾਜ਼ ਟੁਕੜੇ ਟੁਕੜੇ ਹੋ ਗਿਆ। ਸਿੱਖ ਇੱਕਦਮ ਹੈਰਾਨ ਹੋ ਗਏ, ਮਹਾਰਾਜ ਇਹ ਕੀ ਬਚਨ ਕਰ ਰਹੇ? ਕਹਿੰਦੇ ਹਾਂ ਭਾਈ, ਦਿਸ ਰਿਹਾ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਜਹਾਜ਼ ਉਹਨਾਂ ਬਣਾਇਆ ਉਹ ਟੁਕੜੇ ਟੁਕੜੇ ਹੋ ਗਿਆ। ਸਿੱਖਾਂ ਬੇਨਤੀ ਕੀਤੀ, ਮਹਾਰਾਜ ਜੇ ਜਹਾਜ਼ ਗੁਰੂ ਬਾਬੇ ਦਾ ਹੈ ਇਹ ਇਕੱਠਾ ਵੀ ਹੋਵੇਗਾ? ਕਹਿੰਦੇ ਹਾਂ, ਹੁਣ ਟੁਕੜੇ ਟੁਕੜੇ ਹੁੰਦਾ ਦਿਸ ਰਿਹਾ, ਪਰ 10ਵੇਂ ਜਾਮੇ 'ਚ ਇਹਨੂੰ ਸਾਰੇ ਨੂੰ ਇਕੱਠਾ ਵੀ ਕਰ ਲਵਾਂਗੇ। ਜਿਹੜਾ ਉਹ ਟੁਕੜੇ ਟੁਕੜੇ ਹੋਣ ਦਾ ਬਚਨ ਮੇਰੇ ਗੁਰਦੇਵ ਨੇ ਕਿਹਾ ਸੀ, ਉਹ ਇਸ਼ਾਰਾ ਸੀ ਬਾਬੇ ਬਕਾਲੇ ਵਿੱਚ ਲੱਗੀਆਂ ਹੋਈਆਂ 22 ਮੰਜੀਆਂ। ਕਿੰਨੇ ਸਾਲ ਬਰਸ ਪਹਿਲਾਂ ਹੀ ਗੁਰੂ ਹਰਿਰਾਏ ਸਾਹਿਬ ਕਹਿ ਰਹੇ ਸਨ ਕਿ ਮਸੰਦਾਂ ਨੇ ਸਭ ਨੇ ਵੰਡੀਆਂ ਪਾ ਦਿੱਤੀਆਂ ਸੀ ਗੁਰੂ ਨਾਨਕ ਦੇ ਜਹਾਜ਼ ਵਿੱਚ। ਵੰਡੀਆਂ ਪਾ ਦਿੱਤੀਆਂ, ਫਰਕ ਪਾ ਦਿੱਤੇ ਸੀ, ਇਹ ਸਾਡੀ ਸੰਗਤ, ਇਹ ਫਲਾਣੀ ਸੰਗਤ, ਇਹ ਮਸੰਦ ਤੋੜ ਰਹੇ ਸਨ। ਤੇ ਕਲਗੀਧਰ ਨੇ ਮਸੰਦਾਂ ਨੂੰ ਹੀ ਖਤਮ ਕਰਕੇ ਪਰੰਪਰਾ ਹੀ ਮਸੰਦਾਂ ਦੀ ਮੁਕਾ ਕੇ ਜਹਾਜ਼ ਇਕੱਠਾ ਕਰ ਦਿੱਤਾ।
ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਅੱਜ ਗਰੀਬ ਨਵਾਜ ਦਇਆਨਿਧ ਸੁਆਮੀ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਹੈ। ਗੁਰਦੇਵ ਦੇ ਪਾਵਨ ਚਰਨਾਂ ਵਿੱਚ ਅਰਦਾਸ ਹੈ, ਮਹਾਰਾਜ ਕਿਰਪਾ ਕਰੋ ਆਪ ਜੀ ਦੀ ਇਸ ਪਾਵਨ ਅੰਮ੍ਰਿਤ ਬਾਣੀ ਨਾਲ ਸਾਡੇ ਹਿਰਦੇ ਵਿੱਚ ਪ੍ਰੇਮ ਬਣ ਆਵੇ, ਸਾਡੇ ਹਿਰਦਿਆਂ ਵਿੱਚ ਗੁਰੂ ਕੀ ਬਾਣੀ ਦਾ ਅਦਬ ਸਤਿਕਾਰ ਭੈ ਭਾਵਨੀ ਪੈਦਾ ਹੋਵੇ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਪੋਥੀ ਸਾਹਿਬ ਸਾਡੇ ਹੱਥ ਵਿੱਚ ਹੁੰਦੀ ਹੈ, ਨਿਤਨੇਮ ਦੀਆਂ ਪੋਥੀਆਂ ਹੁੰਦੀਆਂ ਨੇ, ਉਦੋਂ ਅਕਸਰ ਅਸੀਂ ਕਈ ਵਾਰ ਵੇਖਦੇ ਹਾਂ ਕਿ ਇੱਕ ਹੱਥ ਵਿੱਚ ਪੋਥੀ ਹੁੰਦੀ ਹੈ, ਦੂਜੇ ਹੱਥ ਨਾਲ ਪੈਰ ਨੂੰ ਫੜਿਆ ਹੁੰਦਾ ਹੈ। ਇੱਕ ਹੱਥ ਵਿੱਚ ਪੋਥੀ, ਦੂਜੇ ਹੱਥ ਨਾਲ ਪੈਰ ਫੜਿਆ ਹੁੰਦਾ। ਕਈਆਂ ਦੀ ਆਦਤ ਹੁੰਦੀ ਵੀ ਪੈਰ ਨੂੰ ਫੜ ਛੱਡਦੇ ਆਪਣੇ ਨੂੰ, ਤੇ ਕੋਈ ਨੱਕ ਦੇ ਵਿੱਚ ਉਂਗਲ ਮਾਰਦਾ ਹੁੰਦਾ ਹੈ, ਕੋਈ ਥੱਲੇ ਹੱਥ ਜ਼ਮੀਨ ਤੇ ਲਾ ਕੇ ਫਿਰ ਪੋਥੀ ਨੂੰ ਲਾ ਰਿਹਾ ਹੁੰਦਾ ਹੈ। ਭਾਈ ਗੁਰੂ ਪਾਤਸ਼ਾਹ ਜੀ ਦੀ ਬਾਣੀ ਇਹ ਗੁਰੂ ਕਾ ਰੂਪ ਹੈ, ਅਦਬ ਕਰਨਾ ਸਾਡਾ ਫਰਜ਼ ਹੈ। ਜੇ ਚਿਹਰੇ ਤੇ ਕਿਸੇ ਪ੍ਰਕਾਰ ਦੀ ਕੋਈ ਪ੍ਰਕਿਰਿਆ ਕਰਨੀ ਤਾਂ ਜਦੋਂ ਗੁਰਬਾਣੀ ਪੜ੍ਹਨੀ ਹੱਥ ਵਿੱਚ ਕੋਈ ਰੁਮਾਲ ਹੋਣਾ ਚਾਹੀਏ, ਜਾਂ ਗਲ 'ਚ ਹਜੂਰੀਆ ਪਾ ਲਓ, ਜ਼ਿਆਦਾ ਵਧੀਆ ਗੱਲ। ਇਹ ਗਲ 'ਚ ਪਾਇਆ ਹਜੂਰੀਆ ਜਦੋਂ ਗੁਰਬਾਣੀ ਪੜ੍ਹਦੇ ਹਾਂ, ਕੋਈ ਨਿੱਛ ਆ ਜਾਏ ਜਾਂ ਕੋਈ ਸਰੀਰਕ ਕਿਰਿਆਵਾਂ ਹਨ ਸੁਤੇ ਸਿੱਧ ਹੋ ਜਾਂਦੀਆਂ, ਤਾਂ ਆਪਾਂ ਮੂੰਹ ਤੇ ਕਰ ਸਕਦੇ ਹਾਂ, ਤਾਂ ਜੋ ਮੂੰਹ ਦੇ ਛਿੱਟੇ ਜਿਹੜੇ ਨੇ ਉਹ ਗੁਰਬਾਣੀ ਤੇ ਮਹਾਰਾਜ ਜੀ ਦੀ ਪੋਥੀ ਤੇ ਨਾ ਪੈਣ। ਤੇ ਜੇ ਸਰੀਰ ਦੇ ਕਿਸੇ ਪੈਰ ਤੇ ਜਾਂ ਕੋਈ ਖੁਰਕ ਹੁੰਦੀ ਹੈ ਤਾਂ ਉਹ ਹਜੂਰੀਏ ਨਾਲ ਖੁਰਕਿਆ ਜਾ ਸਕਦਾ ਹੈ, ਤੇ ਹੱਥ ਜਿਹੜਾ ਉਹ ਸੁੱਚਾ ਰਹਿੰਦਾ। ਤੋ ਇਹ ਗੁਰਬਾਣੀ ਦਾ ਅਦਬ ਹੈ, ਗੁਰਬਾਣੀ ਦਾ ਸਤਿਕਾਰ ਹੈ। ਗੁਰਬਾਣੀ ਜਦੋਂ ਅਸੀਂ ਪੜ੍ਹਨ ਬੈਠਣਾ, ਜੇ ਘਰ ਬੈਠੇ ਆ ਪਲੰਘੇ ਤੇ ਜੇ ਕੋਈ ਸਰਾਣੇ ਵਾਲੇ ਪਾਸੇ ਗੁਰਮੁਖ ਬੈਠਾ ਹੈ ਤੇ ਤੁਸੀਂ ਪੈਂਦ ਵਾਲੇ ਪਾਸੇ ਬਹਿ ਕੇ ਗੁਰਬਾਣੀ ਨਹੀਂ ਪੜ੍ਹਨੀ, ਕਿਉਂਕਿ ਪੈਂਦ ਵਾਲੇ ਪਾਸੇ ਫਿਰ ਉਹ ਸਰਾਣੇ ਵਾਲੇ ਪਾਸੇ ਜਿਹੜਾ ਬੈਠਾ ਸੱਜਣ, ਉਹਦਾ ਸਤਿਕਾਰ ਹੋ ਗਿਆ, ਗੁਰਬਾਣੀ ਦਾ ਨਾ ਹੋਇਆ। ਆਮ ਅਸੀਂ ਸਮਾਜ ਵਿੱਚ ਵਿਚਰਦੇ ਹਾਂ, ਕੋਈ ਸਾਡੇ ਤੋਂ ਵੱਡਾ ਹੋਵੇ ਉਹਨੂੰ ਆਪਾਂ ਦਾਮਣ ਤੇ ਨਹੀਂ ਬਹਿਣ ਦਿੰਦੇ, ਭਾਈ ਮਹਾਰਾਜ ਇੱਧਰ ਆਓ, ਸਰਾਣੇ ਵਾਲੇ ਪਾਸੇ ਆਓ। ਇਹ ਸੱਭਿਅਕ ਬਾਤਾਂ ਹੁੰਦੀਆਂ ਨੇ, ਵੱਡਿਆਂ ਦੇ ਸਤਿਕਾਰ ਵਜੋਂ ਹੁੰਦੀਆਂ ਨੇ। ਤੋ ਗੁਰਬਾਣੀ ਇਸ ਤਰੀਕੇ ਨਾਲ ਬਹੁਤ ਸਾਰੀਆਂ ਇਹ ਸੂਖਸ਼ਮ ਬਾਤਾਂ ਹਨ। ਤੋ ਜਿੰਨਾ ਗੁਰਬਾਣੀ ਦਾ ਅਦਬ ਰੱਖਾਂਗੇ, ਭੈ ਰੱਖਾਂਗੇ, ਗੁਰੂ ਹਰਿ ਰਾਏ ਸਾਹਿਬ ਕੋਲੋਂ ਇਹ ਮੰਗ ਮੰਗੀ, ਉਹਨਾਂ ਨੇ ਹੁਕਮ ਕੀਤਾ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਮਹਾਰਾਜ ਕਿਰਪਾ ਕਰੋ ਸਾਡੇ ਹਿਰਦਿਆਂ ਵਿੱਚ ਗੁਰੂ ਕੀ ਪਾਵਨ ਬਾਣੀ ਦਾ ਭੈ ਬਣੇ, ਅਦਬ ਬਣੇ, ਸਤਿਕਾਰ ਬਣੇ। ਜਿੱਥੇ ਕਿਤੇ ਤੁਹਾਨੂੰ ਦਿਸੇ ਵੀ ਗੁਰਬਾਣੀ ਦੀ ਕੋਈ ਪੰਕਤੀ ਲਿਖੀ ਕਿਸੇ ਕਾਗਜ਼ ਦੇ ਉੱਤੇ ਰੁਲਦਾ ਦਿਸ ਪਵੇ, ਤਾਂ ਉਹ ਕਾਗਜ਼ ਚੁੱਕ ਲੈਣਾ ਚਾਹੀਦਾ, ਇਕੱਠਾ ਕਰਕੇ ਘਰ ਲਿਜਾ ਕੇ ਉਹਨੂੰ ਸੰਸਕਾਰ ਕਰ ਦੇਣਾ ਚਾਹੀਦਾ। ਤੋ ਇਹ ਅਦਬ ਹੈ ਗੁਰਬਾਣੀ ਦਾ, ਸਤਿਕਾਰ। ਤੋ ਅਦਬ ਹੋਵੇਗਾ ਫਿਰ ਗੁਰਬਾਣੀ ਹਿਰਦੇ ਵਿੱਚ ਵੀ ਵਸੇਗੀ। ਤੇ ਜੇ ਗੁਰਬਾਣੀ ਦਾ ਅਦਬ ਹੀ ਨਹੀਂ ਰੱਖਣਾ, ਭੈ ਹੀ ਨਹੀਂ ਰੱਖਣਾ, ਘਰ ਵਿੱਚ ਸਤਿਗੁਰਾਂ ਦਾ ਪ੍ਰਕਾਸ਼ ਹੁੰਦਾ ਹੈ, ਅਖੰਡ ਪਾਠ ਸਾਹਿਬ ਚੱਲ ਰਿਹਾ ਹੁੰਦਾ ਹੈ, ਉੱਥੇ ਚੀਂਖ ਝਿਆੜਾ ਪਾਇਆ ਹੁੰਦਾ ਕਿ ਸਤਿਗੁਰਾਂ ਦੀ ਬਾਣੀ ਦਾ ਪ੍ਰਵਾਹ ਚੱਲ ਰਿਹਾ, ਭਾਈ ਕੁਝ ਸਮੇਂ ਲਈ ਆਨੰਦ ਲੈ ਲਓ, ਸ਼ਾਂਤੀ ਦੇ ਨਾਲ ਬਹਿ ਕੇ ਸੁਣ ਲੈਣੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਉਂਦੇ ਹੋ, ਮਾਫ ਕਰਨਾ ਮੈਂ ਇਹ ਵੀ ਗੱਲ ਕਹਿ ਦਿਆਂ, ਅੱਜ 7ਵੇਂ ਪਾਤਸ਼ਾਹ ਦੇ ਪੁਰਬ ਤੇ ਸਤਿਗੁਰਾਂ ਦੇ ਦਰਬਾਰ ਵਿੱਚ ਜਦੋਂ ਚੱਲ ਕੇ ਆਉਂਦੇ ਹਾਂ, ਤੇ ਉਸ ਵਕਤ ਅਸੀਂ ਆਪਣੇ ਮੋਬਾਈਲ ਜਿਹੜੇ ਨੇ ਉਹ ਖੋਲ ਕੇ ਆਉਂਦੇ ਆ ਨਾ, ਇਹ ਵੀ ਬੇਅਦਬੀ ਹੈ ਕਿ ਜਦੋਂ ਸਤਿਗੁਰਾਂ ਦੀ ਬਾਣੀ ਦਾ ਪ੍ਰਵਾਹ ਚੱਲ ਰਿਹਾ, ਅਸੀਂ ਫੋਨ ਕੰਨ ਤੇ ਲਾ ਕੇ ਗੱਲਾਂ ਕਰਨ ਲੱਗ ਪਏ ਨੇ। ਤੋ ਹਰ ਜਸ ਚਲਤਿਆਂ ਬਾਤ ਚਲਾਵੈ, ਕਹਿ ਗੋਬਿੰਦ ਸਿੰਘ ਜਮਪੁਰ ਜਾਵੈ। ਕਿੱਡਾ ਵੱਡਾ ਕਰੜਾ ਬਚਨ ਹੈ। ਤੋ ਇਹ ਵੀ ਗੁਰਬਾਣੀ ਦਾ ਸਤਿਕਾਰ ਨਹੀਂ ਹੈ। ਕਿਸੇ ਅਫਸਰ ਕੋਲ ਜਾਂਦੇ ਆ, ਕਿਸੇ
ਵੱਡੇ ਪਦਵੀ ਵਾਲੇ ਕਿਸੇ ਡਾਕਟਰ ਕੋਲ ਵੀ ਜਾਂਦੇ ਆ, ਪਹਿਲਾਂ ਆਪਣਾ ਮੋਬਾਈਲ ਬੰਦ ਕਰਦੇ ਆ ਵੀ ਸਾਇਲੈਂਟ ਕਰਕੇ, ਨਹੀਂ ਤਾਂ ਉਹਨੇ ਅੱਗੋਂ ਗੁੱਸੇ ਹੋਣਾ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਕੋਈ ਭੈ ਨਹੀਂ ਹੁੰਦਾ ਸਾਨੂੰ, ਸਤਿਗੁਰਾਂ ਦਾ ਕੋਈ ਅਦਬ ਨਹੀਂ ਹੁੰਦਾ। ਫਿਰ ਕੀ ਸਮਝਦੇ ਆ ਅਸੀਂ? ਕਿੰਨਾ ਫਿਰ ਅਸੀਂ ਆਖੀਏ ਵੀ ਸਤਿਗੁਰੂ ਜੀ ਸਾਨੂੰ ਦਾਤਾਂ ਨਹੀਂ ਦਿੰਦੇ, ਪਾਤਸ਼ਾਹ ਅਸੀਂ ਕੀ ਜਾਣਿਆ ਗੁਰੂ ਸਾਹਿਬ ਨੂੰ। ਉਹ ਜਿਹੜੇ ਛੋਟੇ ਮੋਟੇ ਅਫਸਰ ਨੇ ਉਹਨਾਂ ਨਾਲੋਂ ਵੀ ਮਹਾਰਾਜ ਜੀ ਦਾ ਕੋਈ ਫਿਰ ਉਹਨਾਂ ਸਤਿਕਾਰ ਤਾਂ ਨਹੀਂ ਰੱਖਿਆ ਅਸੀਂ। ਸੁਚੇਤ ਹੋਵੋ ਭਾਈ, ਸਾਵਧਾਨ ਹੋਵੋ, ਲਾਪਰਵਾਹੀ ਬੇਪਰਵਾਹੀ ਵਿੱਚ ਨਹੀਂ। ਤੋ ਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਅਦਬ ਭੈ ਰੱਖਣਾ ਸਾਡਾ ਸਾਰਿਆਂ ਦਾ ਕਰਤੱਵ ਹੈ। ਤਦੇ ਅਸੀਂ ਗੁਰੂ ਹਰਿਰਾਏ ਸਾਹਿਬ ਨੇ ਆਪ ਭੈ ਰੱਖਿਆ। ਉਹ ਕਹਿੰਦੇ ਅਸੀਂ ਭੈ ਰੱਖਾਂਗੇ ਤਾਂ ਹੀ ਦੂਜੇ ਸਿੱਖਾਂ ਨੂੰ ਕਹਾਂਗੇ, ਦੂਜੇ ਮਤਾਂ ਦੇ ਲੋਕਾਂ ਨੂੰ ਤਾਂ ਹੀ ਅਸੀਂ ਭੈ ਰੱਖਣਾ ਸਿਖਾਵਾਂਗੇ, ਦੱਸਾਂਗੇ ਨਾ, ਜੇ ਅਸੀਂ ਆਪ ਗੁਰੂ ਸਾਹਿਬ ਦਾ ਭੈ ਰੱਖਦੇ ਹਾਂ। ਸਤਿਵੇਂ ਪਾਤਸ਼ਾਹ ਸਾਨੂੰ ਇਹ ਸਦਬੁੱਧੀ ਪ੍ਰਦਾਨ ਕਰਨ। ਧੰਨ ਗੁਰੂ ਹਰਿ ਰਾਏ ਸਾਹਿਬ ਸਤਿਵੇਂ ਪਾਤਸ਼ਾਹ ਦੇ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਸਿਮਰੋ ਸ਼੍ਰੀ ਹਰਿ ਰਾਏ, 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 ਸਿਮਰੋ ਸ਼੍ਰੀ ਹਰਿ ਰਾਏ। ਧੰਨ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਦਇਆਨਿਧ ਸੁਆਮੀ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ।